कल आप चैप्टर शुरू किया सीगा रिफ्रैक्शन ऑफ लाइट। ठीक है जी। ते रिफ्रैक्शन ऑफ लाइट दे अंदर कल आप सिर्फ इन्ना किया सी बेटा कि लाइट दी रिफ्रैक्शन हुंदी की आ, ओदे फिर मेरे को ऐसा कॉज ऑफ रिफ्रैक्शन की आ। ठीक है, ते ओदे कॉज ऑफ रिफ्रैक्शन तो बाद असी ओदे च गल शुरू की सीगी लॉज ऑफ रिफ्रैक्शन। ते लॉज ऑफ रिफ्रैक्शन दे विचों दो लॉ कल गल करदा पिया सी तुहाडे नाल मैं। बेटा वीडियो क्लियर है सारिਆਂ ਨੂੰ? यस सर। हाँ जी सर। ओके, जैन साहब चेक करो अपने लेवल पे। ਇਹਦਾ मतलब ਜਿਹੜਾ ਤੁਹਾਡੇ ਕੋਲ ਐਸਾ ਚ ਮੀਡੀਅਮ ਗਿਵਨ ਆ, ਠੀਕ ਹੈ, ਜਿਹੜਾ ਤੁਹਾਡੇ ਕੋਲ ਮੀਡੀਅਮ ਗਿਵਨ ਹੈਗਾ, ਉਸ ਮੀਡੀਅਮ ਦੇ ਅੰਦਰ ਆਪਾਂ ਦੋ ਲਾਅ ਬਣਾਏ ਸੀਗੇ। ਪਹਿਲਾ ਲਾਅ ਚ ਇਹ ਬਣਾਇਆ ਸੀਗਾ ਕਿ ਇਨਸੀਡੈਂਟ ਰੇ, ਰਿਫਰੈਕਟਡ ਰੇ and the normal at the point of incidence they all lie in the same plane। ਦੂਜਾ ਲਾਅ ਸੀ ਉਹਦੇ ਚ ਬਣਾਇਆ ਸੀਗਾ ਕਿ ਇਨਸੀਡੈਂਟ ਲਾਈਟ ਤੇ ਰਿਫਰੈਕਟਡ ਲਾਈਟ, ਇਹਨਾਂ ਦੋਨਾਂ ਲਾਈਟ ਦੀ ਫ੍ਰੀਕੁਐਂਸੀ ਜਿਹੜੀ ਹੋਏਗੀ ਉਹ ਸੇਮ ਰਹੇਗੀ। ਜਿਹੜੀ ਵੇਵਲੈਂਥ ਆਫ ਲਾਈਟ ਆ ਤੇ ਜਿਹੜੀ ਸਪੀਡ ਆਫ ਲਾਈਟ ਆ ਉਹ ਦੋ ਡਿਫਰੈਂਟ ਮੀਡੀਅਮ ਦੇ ਵਿੱਚ ਕਹਿੰਦਾ ਜੀ ਉਹ ਡਿਫਰ ਕਰਦੀ ਹੈ। ਤੇ ਫ੍ਰੀਕੁਐਂਸੀ ਲਈ ਅਸੀਂ ਰੀਜ਼ਨ ਇਹ ਦਿੱਤਾ ਸੀਗਾ ਕਿ ਜਿਹੜੀ ਫ੍ਰੀਕੁਐਂਸੀ ਆਫ ਲਾਈਟ ਆ ਇਹ ਲਾਈਟ ਦੇ ਸੋਰਸ ਤੇ ਡਿਪੈਂਡੈਂਟ ਆ। ਜਿਹੜੇ ਲਾਈਟ ਦੇ ਸੋਰਸ ਤੋਂ ਲਾਈਟ ਵੇਵਸ ਆਉਂਦੀਆਂ ਪਈਆਂ, ਜਦੋਂ ਤੱਕ ਲਾਈਟ ਸੋਰਸ ਨਹੀਂ ਚੇਂਜ ਕਰਾਂਗੇ ਉਹਦੇ ਤੋਂ ਆਉਣ ਵਾਲੀ ਲਾਈਟ ਰੇਜ਼ ਕਿਸੇ ਵੀ ਮੀਡੀਅਮ 'ਚ ਟਰੈਵਲ ਕਰੇ ਉਹਦੀ ਫ੍ਰੀਕੁਐਂਸੀ ਨਹੀਂ ਚੇਂਜ ਹੁੰਦੀ। क्या इन्नी गल क्लियर है? यस सर। यस सर। चल उस तो बाद थर्ड लॉ जिन्हें आप अगे गल कंटिन्यूटी च लैनी आ, थर्ड लॉ अपने को ये रहेगा, थर्ड लॉ अपने को ये होएगा कि प्रोडक्ट ऑफ साइन ऑफ एंगल ऑफ कहना जी इंसिडेंस और रिफ्रैक्शन and refractive index of the given material medium, that product always remain constant। ਜਿਹੜੀ ਗੱਲ ਬੋਲੀ ਹੈ ਬੇਟਾ, ਜੇ ਇਸੇ ਨੂੰ ਆਪਾਂ ਐਸੇ ਕੰਟੀਨਿਊ ਕਰੀਏ ਤੇ ਆਪਾਂ ਇਹਨੂੰ ਸਿੰਪਲ ਵਰਡ ਚ ਜਿਹੜਾ ਲਾਅ ਆਫ ਰਿਫਰੈਕਸ਼ਨ ਦੇ ਵਿੱਚੋਂ ਇੱਕ ਲਾਅ ਹੈ ਨਾ, ਇਹਨੂੰ ਅਸੀਂ ਨਾਮ ਦੇ ਦਿੰਦੇ ਆ ਦੈਟਸ ਕਾਲਡ ਦ ਸਨੈਲ ਲਾਅ। ਇਹਨੂੰ ਅਸੀਂ ਸਨੈਲਸ ਲਾਅ ਦੇ ਨਾਲ ਡਿਫਾਈਨ ਕਰਦੇ ਹਾਂ। ਮਰਸੀ ਮੈਨੂੰ ਇਸ ਤੋਂ ਬਾਅਦ ਕਾਲ ਕਰੀ, ਜਿਹੜੇ ਤੂੰ फोटो क्लिक करके पाइया सी मैं ओदा दसूंगा की चीज आ वो। ओके सर। स्नेल लॉ जे डिफाइन करिए तो स्नेल लॉ ਤੁਹਾਡੇ ਕੋਲ एक्चुअल ਦੇ ਅੰਦਰ ਸੀ ਇਹ कहते ਨੇ रेशियो ऑफ साइन ऑफ एंगल ऑफ इंसिडेंस टू द साइन ऑफ एंगल ऑफ रिफ्रैक्शन। ठीक है, फॉर ए गिवन पेयर ऑफ कहना जी मीडियम, फॉर ए गिवन पेयर ऑफ मीडियम ऑलवेज रिमेन कांस्टेंट टिल we never to be change the कहना जी मीडियम where the light get refracted। ਇਹਦਾ ਮਤਲਬ ਇਹ ਹੋਏਗਾ ਕਿ ਜਦੋਂ ਤੁਹਾਡੇ ਕੋਲ ਲਾਈਟ ਕਿਸੇ ਸਰਫੇਸ ਤੇ ਇਨਸੀਡੈਂਟ ਕਰਦੀ ਆ, ਜਦੋਂ ਲਾਈਟ ਕਿਸੇ ਸਰਫੇਸ ਤੇ ਇਨਸੀਡੈਂਟ ਕਰਦੀ ਔਰ ਉਸ ਸਰਫੇਸ ਨੇ ਤੁਹਾਡੇ ਦੋ ਮੀਡੀਅਮ ਨੂੰ ਸੈਪਰੇਟ ਕੀਤਾ ਹੋਵੇ, ਯਾਨੀ ਇੰਟਰਫੇਸ ਬਣਿਆ ਵਾ, ਇਸ ਇੰਟਰਫੇਸ ਦੇ ਦੋ ਸਾਈਡਸ ਦੇ ਉੱਤੇ ਮੇਰੇ ਕੋਲ ਦੋ ਡਿਫਰੈਂਟ ਮੀਡੀਅਮ ਆ, ਵਨ ਇਜ਼ ਦਾ ਰੇਅਰ ਅਦਰ ਇਜ਼ ਦਾ ਡੈਂਸਰ, ਕਿਸੇ ਪਾਸੇ ਵੀ ਕੋਈ ਵੀ। ਠੀਕ ਹੈ, ਤੇ ਜੇ ਲਾਈਟ ਇਹਦੇ ਅਕ੍ਰੋਸ ਸਟ੍ਰੇਟ ਲਾਈਨ ਜਾਂਦੀ ਤੇ ਇਸ ਵੇ ਨਾਲ ਜਾਣੀ ਸੀ। ਹੁਣ ਜਦੋਂ ਲਾਈਟ ਇਹਦੇ ਕ੍ਰਾਸ ਪਾਸ ਆਨ ਹੋਏਗੀ, ਆਈਦਰ ਇਟ ਬੈਂਡ ਟੁਵਰਡਸ ਦ ਨਾਰਮਲ ਔਰ ਬੈਂਡ ਅਵੇ ਫਰਮ ਦ ਨਾਰਮਲ, ਡਿਪੈਂਡਿੰਗ ਲਾਈਟ ਰੇਅਰ ਟੂ ਡੈਂਸਰ ਗਈ ਆ ਕਿ ਲਾਈਟ ਡੈਂਸਰ ਟੂ ਰੇਅਰ ਜਾਣੀ। ਇਹਦੇ ਲਈ ਆਪਣੇ ਕੋਲ ਇੱਥੇ ਆ ਆਇਆ ਸੀਗਾ ਕਿ ਇੱਕ ਐਂਗਲ ਆਫ ਇਨਸੀਡੈਂਸ ਤੇ ਇੱਕ ਐਂਗਲ ਆਫ ਰਿਫਰੈਕਸ਼ਨ ਬਣੇਗਾ। ਤੇ ਜਦੋਂ ਤੱਕ ਤੁਹਾਡੇ ਇਸ ਇੰਟਰਫੇਸ ਨੂੰ ਚੇਂਜ ਨਹੀਂ ਕਰਦੇ, ਜਦੋਂ ਤੱਕ ਆ ਬਾਉਂਡਰੀ ਜਿਹੜੀ ਹੈਗੀ ਦੋ ਮੀਡੀਅਮ ਨੂੰ ਸੈਪਰੇਟ ਕਰਨ ਵਾਲੀ, ਜਦੋਂ ਤੱਕ ਇਹਨੂੰ ਅਸੀਂ ਸੈਪਰੇਟ ਕਰਨ ਵਾਲੇ ਮੀਡੀਅਮ ਨੂੰ ਹਨਾ ਇੰਟਰਫੇਸ ਨੂੰ ਚੇਂਜ ਨਹੀਂ ਕਰਾਂਗੇ, ਉਦੋਂ ਤੱਕ ਐਂਗਲ ਆਈ ਤੇ ਐਂਗਲ ਆਰ ਜਿੰਨਾ ਮਰਜ਼ੀ ਚੇਂਜ ਕਰੀ ਚੱਲੋ, ਪਰ ਸਾਈਨ ਆਫ ਐਂਗਲ ਆਫ ਇਨਸੀਡੈਂਸ ਤੇ ਸਾਈਨ ਆਫ ਐਂਗਲ ਆਫ ਰਿਫਰੈਕਸ਼ਨ ਉਹਦੀ ਰੇਸ਼ੋ ਇਸ ਗਿਵਨ ਪੇਅਰ ਆਫ ਮੀਡੀਅਮ ਵਾਸਤੇ ਹਮੇਸ਼ਾ ਕਾਂਸਟੈਂਟ ਆ। ਮਤਲਬ ਇਹਦਾ ਇਹ ਸੀਗਾ ਕਿ that is sin I by sin R, sin I by sin R ਦੀ ਰੇਸ਼ੋ ਜਿਹੜੀ ਹੋਏਗੀ that always remain constant, और इस कांस्टेंट ਨੂੰ ਅਸੀਂ as such mu ਦੇ ਨਾਲ ਲਿਖਾਂਗੇ, where mu defined to be the refractive index of the
refractive index of material या refractive index of medium 2, refractive index of medium 2 with respect to medium 1। ठीक है, ਜਿਹੜੇ ਮੇਰੇ ਕੋਲ ਦੋ ਮੀਡੀਅਮ ਗਿਵਨ ਆ ਉਹਦੇ ਵਿੱਚੋਂ ਮੀਡੀਅਮ 2 ਦੇ ਰਿਸਪੈਕਟਿਵਲੀ ਮੀਡੀਅਮ 2 ਦੇ ਰਿਫਰੈਕਟਿਵ ਇੰਡੈਕਸ ਦੇ ਰਿਸਪੈਕਟਿਵਲੀ ਮੀਡੀਅਮ 1 ਦਾ ਰਿਫਰੈਕਟਿਵ ਇੰਡੈਕਸ ਕਿੰਨਾ ਵਾ, ਇਹਨਾਂ ਦੋ ਰਿਫਰੈਕਟਿਵ ਇੰਡੈਕਸ ਦੀ ਰੇਸ਼ੋ ਨੂੰ ਅਸੀਂ ਗਿਵਨ ਮੀਡੀਅਮ ਦੇ ਪੇਅਰ ਵਾਸਤੇ ਕਾਂਸਟੈਂਟ ਮੰਨਦੇ ਔਰ ਉਹਦਾ ਸਿੰਬਲ ਅਸੀਂ ਕਹਿੰਦਾ ਜੀ ਐਸ ਸੱਚ 1 μ2 ਲਿਖਾਂਗਾ। ठीक है, ਇਹਦਾ ਐਸ ਸੱਚ ਰਿਫਰੈਕਟਿਵ ਇੰਡੈਕਸ ਦਾ ਸਿੰਬਲ ਜਿਹੜਾ ਇਹਨੂੰ ਅਸੀਂ 1 μ2 ਨਾਲ ਡਿਫਾਈਨ ਕਰਾਂਗੇ। ਇੰਨੀ ਗੱਲ ਕਲੀਅਰ ਆ? Yes, sir. Yes, sir. ਇੰਨਾ ਕਲੀਅਰ ਆ ਬੱਚੇ? Yes, Yes, sir. yes, sir. Yes, sir. ਪਿੰਕੀ ਤੇ ਸਿਮਰ ਸ਼ੁਰੂ ਕਲਾਸ ਕੀਤੇ ਨੂੰ 10 ਮਿੰਟ ਹੋ ਗਏ ਤਾਂ ਤੁਸੀਂ ਹੁਣ ਜੁਆਇਨ ਕਰਦੀਆਂ ਪਈਆਂ ਦੋਨੋਂ। ਇਹਦਾ ਜਿਹੜਾ ਐਸ ਸੱਚ ਮੇਰੇ ਕੋਲ ਰਿਫਰੈਕਟਿਵ ਇੰਡੈਕਸ ਹੋਏਗਾ, ਇਹਦੇ ਰਿਫਰੈਕਟਿਵ ਇੰਡੈਕਸ ਨੂੰ ਅਸੀਂ ਡਿਫਾਈਨ ਕਰਦੇ ਪਏ ਕਿ ਤੁਹਾਡੇ ਕੋਲ ਐਸ ਸੱਚ ਜਿਹੜਾ ਮੀਡੀਅਮ ਇਨਵੋਲਵਡ ਆ, ਠੀਕ ਹੈ, ਲਾਈਟ ਕਿਹੜੇ ਮੀਡੀਅਮ ਤੋਂ ਕਿਹੜੇ ਮੀਡੀਅਮ 'ਚ ਚੱਲੀ, ਉੱਪਰ ਹਮੇਸ਼ਾ ਸਿੰਬਲ ਇਨਸੀਡੈਂਟ ਰੇ ਵਾਲੇ ਮੀਡੀਅਮ ਦਾ ਹੋਏਗਾ, ਨੀਚੇ ਸਿੰਬਲ ਹਮੇਸ਼ਾ ਤੁਹਾਡੇ ਕੋਲ ਰਿਫਰੈਕਟਿਵ ਇੰਡੈਕਸ ਵਾਲੇ ਮੀਡੀਅਮ ਦਾ ਹੋਏਗਾ। ਔਰ ਜਦੋਂ ਇਹਨੂੰ ਸੈਂਟੈਂਸ ਵਾਈਜ਼ ਬੋਲਣਾ ਹਮੇਸ਼ਾ ਰਿਫਰੈਕਟਿਵ ਇੰਡੈਕਸ ਦੇ ਮੀਡੀਅਮ ਨੂੰ ਡਿਫਾਈਨ ਕੀਤਾ ਜਾਏਗਾ ਵਿਦ ਰਿਸਪੈਕਟ ਟੂ ਇਨਸੀਡੈਂਟ ਰੇ ਮੀਡੀਅਮ। ਇਸੇ ਲਈ 1 μ2 ਨੂੰ ਜੇ ਮੈਂ ਰੀਡ ਆਊਟ ਕਰਾਂ ਤੇ ਇਟ ਰੀਡ ਐਸ ਦਾ ਰਿਫਰੈਕਟਿਵ ਇੰਡੈਕਸ ਆਫ ਮੀਡੀਅਮ 2 ਵਿਦ ਰਿਸਪੈਕਟ ਟੂ ਮੀਡੀਅਮ 1। क्या इन्नी गल समझ आई? Yes, sir. Yes, sir. Yes, sir. वेरिएबल जरा लिखदा पिया, क्या ये वेरिएबल क्लियर है 1 μ2? Yes, sir. Yes. ਹੁਣ ਇਹਦੇ ਕੋਰਸਪੋਂਡਿੰਗ ਫਿਰ ਅਸੀਂ ਇਹ ਕਹਿੰਦੇ ਪਏ ਔਰ ਇਹ ਜਿਹੜੇ ਦੋ ਰਿਫਰੈਕਟਿਵ ਇੰਡੈਕਸ ਇਹਦੇ ਵਿੱਚ ਇਨਵੋਲਵਡ ਆ, ਜੇ ਇਹਨੂੰ ਅੱਗੇੋਂ ਲਿਖਣਾ ਹੋਵੇ ਤੇ ਇਟ ਇਜ਼ ਰਿਟਨ ਟੂ ਬੀ ਦਾ ਰੇਸ਼ੋ ਆਫ, ਜਿਹਨੂੰ ਫਰਦਰ ਲਿਖ ਦਵਾਂ ਤੇ ਇਟ ਇਜ਼ ਦਾ ਰੇਸ਼ੋ ਆਫ ਰਿਫਰੈਕਟਿਵ ਇੰਡੈਕਸ ਆਫ ਮੀਡੀਅਮ 2 ਟੂ that of medium 1। ਵੀਡੀਓ ਕਲੀਅਰ ਹੈ ਜੀ ਸਾਰਿਆਂ ਨੂੰ? Yes, Yes, sir. Yes, sir. ਚਲ ਸਾਨੀਆ ਆਪਣੇ ਵਾਲੇ ਐਂਡ ਤੇ ਚੈੱਕ ਕਰ ਬੇਟਾ। ਇਹਦਾ ਮਤਲਬ ਜਿਹੜਾ 1 μ2 ਸਿੰਬਲ ਹੋਏਗਾ ਇਹ ਦੋ ਰਿਫਰੈਕਟਿਵ ਇੰਡੈਕਸ ਦੀ ਰੇਸ਼ੋ ਆ, ਹਨਾ, ਰਿਫਰੈਕਟਿਵ ਇੰਡੈਕਸ ਆਫ ਰਿਫਰੈਕਟਿਡ ਰੇ, refractive index of refracted ray, ठीक है, to that of the refractive index of incident ray। refractive index अपने आप दे विच absolute term नहीं हैगी, refractive index अपने आप दे विच एक relative term आ। ਜਦੋਂ ਵੀ ਅਸੀਂ ਕਿਸੇ ਮੀਡੀਅਮ ਦਾ ਰਿਫਰੈਕਟਿਵ ਇੰਡੈਕਸ ਡਿਫਾਈਨ ਕਰਾਂਗੇ, ਜੇ ਉਹ ਵਿਦ ਰਿਸਪੈਕਟ ਟੂ ਕੋਈ ਦੂਜਾ ਮੀਡੀਅਮ ਨਹੀਂ ਦੱਸਿਆ ਤੇ ਹਮੇਸ਼ਾ ਸਾਡੇ ਲਈ ਸੈਕਿੰਡ ਮੀਡੀਅਮ ਜਿਹੜਾ ਹੋਏਗਾ ਉਹ 에ਅਰ ਸਟੈਂਡ ਕਰੇਗਾ ਬੇਟਾ। मतलब जे मैं आ लिख के चला कि रिफ्रैक्टिव इंडेक्स ऑफ ग्लास इज 1.5, रिफ्रैक्टिव इंडेक्स ऑफ वाटर इज 3/2, ਇਹਦਾ ਕੁਝ ਵੀ ਵੈਲਿਊ ਲਿਖ ਦਵਾਂ, ਠੀਕ ਹੈ, ਤੇ ਹਮੇਸ਼ਾ ਜਦੋਂ ਵੀ ਇਦਾਂ ਕੁਝ ਵੈਲਿਊ ਦਿੱਤੀ ਹੋਏਗੀ ਤੇ ਇਹ ਕੱਲਾ ਆਪਣੇ ਆਪ ਚ ਸਿੰਗਲ ਰਿਫਰੈਕਟਿਵ ਇੰਡੈਕਸ ਨਹੀਂ ਹੈਗਾ। ਇਹ ਜਦੋਂ ਅਸੀਂ ਕਿਹਾ ਜੀ ਇਹ ਗਲਾਸ ਦਾ ਰਿਫਰੈਕਟਿਵ ਇੰਡੈਕਸ ਆ, ਇਹ ਹਮੇਸ਼ਾ ਵਿਦ ਰਿਸਪੈਕਟ ਟੂ 에ਅਰ, ਵਾਟਰ ਦਾ ਰਿਫਰੈਕਟਿਵ ਇੰਡੈਕਸ ਆ ਵਿਦ ਰਿਸਪੈਕਟ ਟੂ 에ਅਰ। इंडिविजुअल रिफ्रैक्टिव इंडेक्स कभी नहीं आना, ਜਦੋਂ ਵੀ ਡਿਫਾਈਨਡ ਆ, ਜੇ ਦੂਜਾ ਮੀਡੀਅਮ ਨਾਲ ਨਹੀਂ ਦਿੱਤਾ ਹੋਇਆ ਤੇ ਹਮੇਸ਼ਾ ਇੱਥੇ ਸੈਕਿੰਡ ਮੀਡੀਅਮ 에ਅਰ ਸਟੈਂਡ ਕਰੇਗਾ। ਔਰ 에ਅਰ ਦਾ ਰਿਫਰੈਕਟਿਵ ਇੰਡੈਕਸ ਆਪਣੇ ਆਪ ਚ ਜਿਹੜਾ ਵਾ ਉਹ 1.0 ਆ। ਇਹਦਾ ਮਤਲਬ 에ਅਰ ਦੇ ਰਿਫਰੈਕਟਿਵ ਇੰਡੈਕਸ ਦੀ ਵੈਲਿਊ 1 ਵਾ ਤੇ ਜੇ ਮੈਂ ਕਹਾਂ ਜੀ ਐਸਐਚ ਏ ਮਿਊ ਜੀ ਮਤਲਬ ਗਲਾਸ ਦਾ ਰਿਫਰੈਕਟਿਵ ਇੰਡੈਕਸ 1.5 ਆ ਤੇ ਇਹਦਾ ਮਤਲਬ ਇਹ ਹੋਏਗਾ ਗਲਾਸ ਦਾ ਰਿਫਰੈਕਟਿਵ ਇੰਡੈਕਸ ਯਾਨੀ ਗਲਾਸ ਦੀ ਆਪਟੀਕਲ ਡੈਂਸਿਟੀ 에ਅਰ ਮੀਡੀਅਮ ਨਾਲੋਂ 1.5 ਟਾਈਮ ਜ਼ਿਆਦਾ ਹੋਏਗੀ। ਜੇ ਮੈਂ ਇੱਥੇ ਕੋਈ ਵੈਲਿਊ ਲਿਖ ਦਿੱਤੀ ਵਾਟਰ ਦੀ 1.33, ਜੇ ਪ੍ਰੋਪਰ ਲਿਖ ਲਵਾਂ ਤੇ ਇਹਦਾ ਮਤਲਬ ਆ ਵਾਟਰ ਦੀ ਆਪਟੀਕਲ ਡੈਂਸਿਟੀ 에ਅਰ ਨਾਲੋਂ 1.33 ਜ਼ਿਆਦਾ ਵਾ। 에ਅਰ ਦਾ ਕਿਉਂਕਿ 1 ਹੈ ਇਸ ਕਰਕੇ 에ਅਰ 1 ਹੀ ਰਹਿ ਗਈ। आ रेशो के अंदर म्यू W बाय म्यू A है, ठीक है, आ रेशो के अंदर मेरे को जेड़ा वा म्यू G बाय म्यू A है।
ਇਹਦਾ ਮਤਲਬ ਜਿਹੜੇ ਵੀ ਮੀਡੀਅਮ ਦਾ ਰਿਫਰੈਕਟਿਵ ਇੰਡੈਕਸ ਦਿੱਤਾ ਉਹ ਬੇਸਿਕਲੀ ਵਿਦ ਰਿਸਪੈਕਟ ਟੂ 에ਅਰ ਦੱਸਿਆ ਹੋਇਆ ਕਿ ਇੰਨੀ ਗੱਲ ਸਮਝ ਲੱਗਦੀ ਪਈ Yes, sir. Yes, sir. ਸੋ ਬੇਟਾ ਲਾਸਟ ਟਾਈਮ ਗੱਲ ਕੰਪਲੀਟ ਕਰਨ ਲੱਗਿਆ ਇਹ ਵਾਲੀ ਕਿ ਵੀ ਜਦੋਂ ਵੀ ਰਿਫਰੈਕਟਿਵ ਇੰਡੈਕਸ ਕੰਸੀਡਰ ਕਰਾਂਗੇ ਜੇ ਨਾਲ ਕੋਈ ਦੂਜਾ ਮੀਡੀਅਮ ਨਹੀਂ ਦੱਸਿਆ ਹੋਇਆ ਤੇ ਸੈਕੰਡ ਮੀਡੀਅਮ ਆਲਵੇਸ ਟੂ ਬੀ ਦਾ 에ਅਰ ਇਹਦਾ ਮਤਲਬ ਇਹ ਹੈਗਾ ਕਿ ਤੁਸੀਂ ਇਹ ਦੱਸਣਾ ਚਾਹ ਰਹੇ ਹੋ 에ਅਰ ਦੇ ਰਿਸਪੈਕਟਿਵਲੀ ਗਿਵਨ ਮੀਡੀਅਮ ਜਿਹੜਾ ਵਾ ਉਹ ਕਿੰਨਾ ਕੁ ਡੈਂਸਰ ਆ ਜੇ 에ਅਰ ਦਾ ਰਿਫਰੈਕਟਿਵ ਇੰਡੈਕਸ 1.0 ਆ ਤੇ ਗਲਾਸ ਦਾ 1.5 ਆ ਇਹਦਾ ਮਤਲਬ ਅਸੀਂ ਇਹ ਕਵਾਂਗੇ ਗਲਾਸ ਦੇ ਆਪਟੀਕਲ ਡੈਂਸਿਟੀ ਗਲਾਸ 에ਅਰ ਨਾਲੋਂ 1.5 ਟਾਈਮ ਜ਼ਿਆਦਾ ਆਪਟੀਕਲ ਡੈਂਸਰ ਆ ਠੀਕ ਹੈ ਔਰ ਇਹਦਾ ਫਰਕ ਕਿੱਥੇ ਪੈਣਾ ਉਹਦੇ ਲਈ ਅਸੀਂ ਰਿਫਰੈਕਟਿਵ ਇੰਡੈਕਸ ਦੀ ਇੱਕ ਸੈਕਿੰਡ ਡੈਫੀਨੇਸ਼ਨ ਲੈਣ ਲੱਗੇ ਆ ਕਿ ਰਿਫਰੈਕਟਿਵ ਇੰਡੈਕਸ ਇਜ਼ ਦਾ ਰੇਸ਼ੋ ਆਫ ਸਪੀਡ ਆਫ ਲਾਈਟ ਇਨ ਵਨ ਮੀਡੀਅਮ ਟੂ ਦਾ ਸਪੀਡ ਆਫ ਲਾਈਟ ਇਨ ਅਦਰ ਮੀਡੀਅਮ ਠੀਕ ਹੈ ਲਾਈਟ ਦੀ ਸਪੀਡ ਪਹਿਲੇ ਮੀਡੀਅਮ ਚ ਕਿੰਨੀ ਤੇ ਲਾਈਟ ਦੀ ਸਪੀਡ ਦੂਜੇ ਮੀਡੀਅਮ ਚ ਕਿੰਨੀ ਇਹਨਾਂ ਦੋ ਸਪੀਡ ਆਫ ਲਾਈਟ ਦੀ ਰੇਸ਼ੋ ਨੂੰ ਅਸੀਂ ਰਿਫਰੈਕਟਿਵ ਇੰਡੈਕਸ ਕਹਿੰਦੇ ਆ ਇੱਕ ਪਾਸੇ ਰਿਫਰੈਕਟਿਵ ਇੰਡੈਕਸ ਜਿਹੜਾ ਮੇਰੇ ਕੋਲ ਆ ਉਹ ਆ ਮਿਊ ਜੀ ਤੇ ਮਿਊ ਏ ਦੀ ਰੇਸ਼ੋ ਆ ਠੀਕ ਹੈ ਵੀਡੀਓ ਕਲੀਅਰ ਆ ਸੋ ਇੱਥੇ ਫਿਰ ਲਾਈਟ ਦੀ ਸਪੀਡ ਜਿਹੜੀ ਹੋਏਗੀ ਠੀਕ ਹੈ ਜੀ ਉਹ ਐਸ ਸੱਚ ਗਲਾਸ ਚ ਜਾ ਕੇ 에ਅਰ ਨਾਲੋਂ ਘੱਟ ਰਹੇਗੀ ਬੇਟਾ ਹੈਨਾ ਇਸ ਲਈ ਆਪਾਂ ਰਿਫਰੈਕਟਿਵ ਇੰਡੈਕਸ ਦੀ ਵੈਲਿਊ ਹੁਣ ਜਦੋਂ ਤੱਕ ਇਹਨਾਂ ਦੋਨਾਂ सर नहीं सर वीडियो ब्लर है ਸੋ ਉਸ ਗਿਵਨ ਮੀਡੀਅਮ ਚ ਜਾ ਕੇ ਲਾਈਟ ਦੀ ਸਪੀਡ ਜਿਹੜੀ ਆ ਉਹ 2 into 10 ਰੇਜ਼ ਟੂ ਪਾਵਰ 8 ਮੀਟਰ ਪਰ ਸੈਕਿੰਡ ਰਹਿ ਗਈ ਇਹਦਾ ਮਤਲਬ ਹੋ ਗਿਆ ਲਾਈਟ ਦੀ ਸਪੀਡ ਅੱਗਿਓਂ ਜੇ ਘਟ ਗਈ ਆ ਹਨਾ ਤੇ ਡਿਪੈਂਡਿੰਗ ਅਪਨ ਦਾ ਨੇਚਰ ਆਫ ਮੀਡੀਅਮ ਕਹਿੰਦਾ ਜੀ ਆਪਣੇ ਕੋਲ ਲਾਈਟ ਦੀ ਸਪੀਡ ਚੇਂਜ ਹੁੰਦੀ ਜਾਏਗੀ ਜਿੰਨਾ ਮੀਡੀਅਮ ਆਪਟੀਕਲੀ ਜ਼ਿਆਦਾ ਡੈਂਸਰ ਹੁੰਦਾ ਜਾਏਗਾ ਕੱਲ ਵੀ ਗੱਲ ਕੀਤੀ ਸੀ ਆਪਟੀਕਲ ਡੈਂਸਿਟੀ ਦੀ ਔਰ ਆਪਟੀਕਲ ਡੈਂਸਿਟੀ ਕਿਸੇ ਵੀ ਮੀਡੀਅਮ ਦੀ ਮੇਜ਼ਰ ਕਰਨ ਦਾ ਮੈਥਡ ਕੀ ਆ ਉਹਦਾ ਰਿਫਰੈਕਟਿਵ ਇੰਡੈਕਸ ਮੇਜ਼ਰ ਕਰਾਂਗੇ ਜਿੰਨਾ ਰਿਫਰੈਕਟਿਵ ਇੰਡੈਕਸ ਕਿਸੇ ਮੀਡੀਅਮ ਦਾ ਜ਼ਿਆਦਾ ਹੁੰਦਾ ਜਾਏਗਾ ਇਹਦਾ ਮਤਲਬ ਉਹ ਮੀਡੀਅਮ ਉਨਾ ਹੀ ਜ਼ਿਆਦਾ ਆਪਟੀਕਲੀ ਡੈਂਸਰ ਹੁੰਦਾ ਜਾਏਗਾ ਤੇ ਉਸ ਮੀਡੀਅਮ ਦੇ ਅੰਦਰ ਲਾਈਟ ਦੀ ਸਪੀਡ ਉਨੀ ਰਿਡਿਊਸ ਹੁੰਦੀ ਜਾਏਗੀ ਕੀ ਗੱਲ ਸਮਝ ਆ ਰਹੀ ਜੋ ਬੋਲ ਰਿਹਾ Yes, sir. Yes, sir. ਸੋ ਜੇ ਮੰਨ ਲਓ ਗਲਾਸ ਦੀ ਥਾਂ ਤੇ ਵਾਟਰ ਮੀਡੀਅਮ ਹੁੰਦਾ ਤੇ ਵਾਟਰ ਦਾ ਰਿਫਰੈਕਟਿਵ ਇੰਡੈਕਸ ਗਲਾਸ ਨਾਲੋਂ ਘੱਟ ਵਾ ਇਸ ਲਈ ਵਾਟਰ ਦੇ ਵਿੱਚ ਲਾਈਟ ਫਾਸਟਰ ਟਰੈਵਲ ਕਰੇਗੀ ਐਸ ਕੰਪੇਅਰ ਟੂ ਦੈਟ ਆਫ ਦਾ ਕਹਿੰਦਾ ਜੀ ਗਲਾਸ ਮੀਡੀਅਮ ਤੇ ਅਸੀਂ ਇਹ ਹੁਣ ਇੱਥੋਂ ਫਿਰ ਵਾਪਸ ਇਸ ਲਾਈਨ ਤੇ ਹੁਣ ਚੱਲਿਆ ਇਹਦਾ ਮਤਲਬ ਜਦੋਂ ਤੱਕ ਆ ਦੋਨੋਂ ਦੇ ਦੋਨੋਂ ਮੀਡੀਅਮ ਦੇ ਵਿੱਚੋਂ ਕੋਈ ਮੀਡੀਅਮ ਚੇਂਜ ਨਹੀਂ ਹੋਏਗਾ ਉਦੋਂ ਤੱਕ ਐਂਗਲ ਆਫ ਇਨਸੀਡੈਂਸ ਤੇ ਐਂਗਲ ਆਫ ਰਿਫਰੈਕਸ਼ਨ ਜਿੱਦਾਂ ਮਰਜ਼ੀ ਚੇਂਜ ਹੋਈ ਚੱਲਣ ਇਹਦੀ ਰੇਸ਼ੋ ਨਹੀਂ ਚੇਂਜ ਹੋਏਗੀ ਕਿਉਂਕਿ ਰੇਸ਼ੋ ਐਸ ਸੱਚ ਜਿਹੜੀ ਮੇਰੇ ਕੋਲ ਆਈ ਆ ਹਨਾ ਜੇ ਉਹ ਦੋ ਟਰਮ ਦੀ ਰੇਸ਼ੋ ਆ ਬੇਟਾ ਭਾਵੇਂ ਇੱਥੇ ਰੇਸ਼ੋ ਬੋਲਾ ਤੇ ਭਾਵੇਂ ਇੱਥੇ ਰੇਸ਼ੋ ਬੋਲਾ ਰੇਸ਼ੋ ਜੇ ਕਾਂਸਟੈਂਟ ਆ ਉਹ ਚ ਇਹਨਾਂ ਜੇ ਇੱਕ ਐਂਗਲ ਆਈ ਦੀ ਵੈਲਿਊ ਅੱਗੇ ਨਾਲੋਂ ਇਨਕਰੀਜ਼ ਹੋਈ ਆ ਤੇ ਇਹਦੇ ਪ੍ਰਪੋਰਸ਼ਨੇਟ ਐਂਗਲ ਆਰ ਵੀ ਮੇਰਾ ਇਨਕਰੀਜ਼ ਹੋ ਜਾਣਾ ਮੈਂ ਕਿਤੇ ਨਹੀਂ ਕਿਹਾ ਜਿੰਨਾ ਐਂਗਲ ਆਈ ਵੱਧ ਗਿਆ ਉਨਾ ਹੀ ਐਂਗਲ ਆਰ ਵੀ ਹੋ ਗਿਆ ਸੀ ਇਹ ਨਹੀਂ ਕਹਿ ਰਹੇ ਕਿ ਬਰਾਬਰ ਦੇ ਵੱਧ ਗਏ ਪਰ ਅਸੀਂ ਇਹ ਜ਼ਰੂਰ ਕਹਿ ਰਹੇ ਆ ਜੇ ਇੱਕ ਟਰਮ ਇਨਕਰੀਜ਼ ਹੋਏਗੀ ਸੈਕਿੰਡ ਟਰਮ ਵੀ ਉਸੇ ਪ੍ਰਪੋਰਸ਼ਨੇਟ ਚ ਇਨਕਰੀਜ਼ ਹੋਏਗੀ ਤਾਂ ਕਿ ਇਹਦੀ ਰੇਸ਼ੋ ਫਿਰ ਦੁਬਾਰਾ ਤੋਂ ਮੇਰੇ ਕੋਲ ਉਦਾਂ ਹੀ ਕਾਂਸਟੈਂਟ ਬਣੀ ਰਹੇ ਇਹਦਾ ਮਤਲਬ ਔਰ ਇਹ ਰੇਸ਼ੋ ਕਾਂਸਟੈਂਟ ਅਸੀਂ ਕਹਿੰਦੇ ਉਦੋਂ ਤੱਕ ਬਣੀ ਰਹੇਗੀ ਜਦੋਂ ਤੱਕ ਇਸ ਇੰਟਰਫੇਸ ਦੇ ਅਰਾਊਂਡ ਜਿਹੜੇ ਦੋ ਮੀਡੀਅਮ ਆ ਇਹਨਾਂ ਚੋਂ ਕੋਈ ਮੀਡੀਅਮ ਜਦੋਂ ਤੱਕ ਨਹੀਂ ਬਦਲਦਾ ਇਸ ਕਰਕੇ ਆਪਣੇ ਕੋਲ ਜਿਹੜਾ ਲਾਅ ਆਫ ਰਿਫਰੈਕਸ਼ਨ ਬਣਦਾ ਉਹਦੇ ਚ ਇੱਕ ਲਾਅ ਆ ਜਾਂਦਾ ਸਨੈਲਸ ਲਾਅ ਜਿਹੜਾ ਇਹ ਡਿਫਾਈਨ ਕਰਦਾ ਕਿ ਰੇਸ਼ੋ ਆਫ ਸਾਈਨ ਆਫ ਐਂਗਲ ਆਫ ਇਨਸੀਡੈਂਸ ਟੂ ਦਾ ਸਾਈਨ ਆਫ ਐਂਗਲ ਆਫ ਰਿਫਰੈਕਸ਼ਨ that ratio always remain constant and that constant always called as the refractive index of the given medium with respect to other medium या ये तो बोलना तो कहता है refractive index of medium 2 with respect to medium 1 क्या इतनी गल क्लियर Yes. यस सर Yes, sir. इना समय लग रहा है बेटा सारे नु हाँ जी सर
ਹੁਣ ਇਹਦੇ ਵਿੱਚ ਹੀ ਕੱਲ ਵਾਲੀ ਗੱਲ ਫੇਰ ਇੱਕ ਐਡ ਕਰ ਰਿਹਾ, ਕੰਡੀਸ਼ਨ ਫॉर नो रिफ्रैक्शन। कहना जी लाइट कदों रिफ्रैक्ट नहीं होएगी, तो ਅਸੀਂ ਕਹਿੰਦੇ ਜੀ ਦੋ ਕੰਡੀਸ਼ਨਸ ਨੇ। ਨੰਬਰ 1 कहना जी जे किसी इंटरफेस ते लाइट ਜਦੋਂ इंसीडेंट करे, जे लाइट किसी सरफेस ते नॉर्मल इंसीडेंट करदी आ ਤੇ ਆਪਣਾ एंगल ऑफ इंसीडेंस कितना होएगा? 0 0। ਤੇ ਜੇ एंगल आई इस केस च 0 है ना, ਤੇ ਇਸ ਰਿਲੇਸ਼ਨ ਦੇ ਅਕੋਰਡਿੰਗਲੀ sin 0 डिग्री ओवर sin r इक्वल टू रिफ्रैक्टिव इंडेक्स कितना जी 1 μ2। ठीक है, ਤੇ ਐਸਐਚ ਤੋਂ sin r ਕੱਢ ਲਵਾਂ ਤੇ sin r ਦੀ ਵੈਲਿਊ ਆ ਗਈ 0 ਬਾਈ ਸਮਥਿੰਗ, ਤੇ 0 ਬਾਈ ਸਮਥਿੰਗ 0 ਹੀ ਆ ਗਿਆ। Yes, sir. Yes, sir. ਇਹਦਾ ਕਿਹੜਾ ਐਂਗਲ ਆ ਜਿਹਦੀ ਵੈਲਿਊ 0 ਹੁੰਦੀ ਹੈ? ਅਸੀਂ ਕਹਿੰਦੇ ਜੀ 0 ਡਿਗਰੀ। ਇਹਦਾ ਮਤਲਬ ਜੇ ਮੈਂ 0 ਦੀ ਥਾਂ ਤੇ ਇਹਨੂੰ sin 0 ਡਿਗਰੀ ਲਿਖ ਲਵਾਂ, ਹੈਨਾ, ਤੇ ਇਹਦਾ ਮਤਲਬ sin r sin 0 ਡਿਗਰੀ ਦੇ ਬਰਾਬਰ ਆ। ਇਹਦਾ ਮਤਲਬ ਸਾइन ਦੋਨਾਂ ਦੀ ਵੈਲਿਊ ਕੰਪੇਅਰ ਕਰ ਲਵਾਂ ਤੇ ਆਪਣੇ ਕੋਲ ਰਿਜ਼ਲਟ ਆ ਗਿਆ ਐਂਗਲ r ਆਲਸੋ ਇਕੁਅਲ ਟੂ 0 ਡਿਗਰੀ। ਇਹਨਾਂ ਜੇ ਲਾਈਟ ਨਾਰਮਲ ਇਨਸੀਡੈਂਸ ਕਰੇਗੀ ਤੇ ਲਾਈਟ ਅਨਡੇਵੀਏਟਡ ਸਟ੍ਰੇਟ ਵੇ ਹੀ ਇਸ ਮੀਡੀਅਮ ਚੋਂ ਨਿਕਲ ਜਾਣੀ। यानी जे एंगल आई इस केस च 0 आ ते एंगल r भी इस केस च 0 आ। यानी ये एक इदा दा केस आ जदों एंगल आई ते एंगल r आपस में इक्वल आ। क्या आ कंडीशन क्लियर आ? Yes, sir. सेकंड कंडीशन लाइट नॉर्मल ना भी इंसीडेंट करे। ਅਸੀਂ ਕਹਿੰਦੇ ਜੀ ਲਾਈਟ ਜਦੋਂ ਇਨਸੀਡੈਂਟ ਕਰੇ ਆ ਫਿਰ ਕੋਈ ਉਹੀ ਨਾ, ਸੋ एनी कंडीशन क्लियर है पहले? Yes, sir. Yes. कंडीशन आप तेरी ये बनाने पे जे लाइट किसी मीडियम ते इंसिडेंट करे और ਉਹਦਾ ਐਂਗਲ ਆਫ ਇਨਸੀਡੈਂਸ ਜਿਹੜਾ ਵਾ ਉਹਦੀ ਨਾਨ ਜ਼ੀਰੋ ਵੈਲਿਊ ਹੋਵੇ। ਕਹਿੰਦਾ ਇਹਦੇ ਵਿੱਚ ਵੀ ਇੱਕ ਇਦਾਂ ਦਾ ਕੇਸ ਬਣਦਾ ਜਦੋਂ ਲਾਈਟ ਅਨਡੇਵੀਏਟਡ ਨਿਕਲਦੀ ਆ। यानी इस केस के अंदर लाइट ऐसे में ना अनडेविएटेड निकलेगी और इस केस के अंदर एंगल आई ते एंगल आर आपस में फिर इक्वल होंगे। यानी एचवी लाइट की रिफ्रैक्शन नहीं होएगी। पर ਇਹਦੇ ਲਈ ਕੰਡੀਸ਼ਨ ਇਹ ਆ ਕਿ ਉੱਪਰ ਥੱਲੇ ਜਿਹੜੇ ਦੋਨੋਂ ਮੀਡੀਅਮ ਆ ਇੰਟਰਫੇਸ ਦੇ ਅਰਾਊਂਡ ਉਹਨਾਂ ਦੋਨਾਂ ਦਾ ਰਿਫਰੈਕਟਿਵ ਇੰਡੈਕਸ ਜਿਹੜਾ ਵਾ ਉਹ ਸੇਮ ਹੋਣਾ ਚਾਹੀਦਾ। मीडियम बेशक डिफरेंट हो। मैं कल एग्जांपल कोड की मान लो कोकोनट ऑयल ते टर्पेंटाइन ऑयल आ या कोकोनट ऑयल ते मस्टर्ड ऑयल आ या मान लो मस्टर्ड ऑयल ते ग्लिसरीन आ, दो कोई मीडियम आ। मीडियम बेशक दोनों वक्रे वक्रे हों पर जे दोनों मीडियम दे रिफ्रैक्टिव इंडेक्स सेम हों, ठीक है, यानी जे आ वाले मीडियम 1 दा रिफ्रैक्टिव इंडेक्स ते मीडियम 2 जे इना दोनों दा रिफ्रैक्टिव इंडेक्स सेम आ, है ना, ਤੇ ਜਦੋਂ ਅਸੀਂ sin i by sin r ਲਿਖਣਾ ਵਾ, ਜਦੋਂ ਅਸੀਂ sin i by sin r ਆ ਲਿਖਣਾ 1 μ2 ਤੇ ਅਸੀਂ ਇੱਥੇ 1 μ2 ਨੂੰ ਨਹੀਂ ਬੋਲ ਕੇ ਹਟੇ ਆ, ਇਹਨੂੰ ਅਸੀਂ ਲਿਖਾਂਗੇ μ2 by μ1। ਤੇ ਜੇ μ1 ਤੇ μ2 ਦੋਨੋਂ ਮੇਰੇ ਸੇਮ ਆ ਤੇ ਇਹਦਾ ਮਤਲਬ ਆ ਆਪਸ ਵਿੱਚ ਕੱਟੇ ਗਏ, ਇਹ ਮਤਲਬ ਰੇਸ਼ੋ 1 ਆ ਗਈ। ਰੇਸ਼ੋ 1 ਦਾ ਮਤਲਬ ਆ sin i ਤੇ sin r, ਇਹ ਮਤਲਬ ਇਹ ਆਪਸ ਇਕੁਅਲ ਆ ਜਾਓ। Yes, sir. Yes, sir. Yes, sir. therefore इतो आ जाएगा एंगल I इक्वल टू एंगल R। ਇਹਦਾ ਮਤਲਬ ਇਸ ਕੇਸ ਦੇ ਅੰਦਰ ਵੀ ਲਾਈਟ ਦੀ ਕੋਈ ਰਿਫਰੈਕਸ਼ਨ ਨਹੀਂ ਹੋਏਗੀ। क्या आ गल क्लियर आ? Yes, sir. सो दो कंडीशन आ। नंबर 1 लाइट किसी सरफेस ते किसी इंटरफेस ते जो इंसीडेंट करे मीडियम डिफरेंट हो, ठीक है, सेम हो, जो मर्जी कंडीशन होवे, पर जे लाइट नॉर्मल इंसीडेंस करेगी ते ओ एस सच कहना जी अनडेविएटेड स्ट्रेट निकल जानी। जे मेरे को एस सच लाइट दे दोनों मीडियम डिफरेंट ने, ठीक है, एस सच नेचर वाइज फिजिकल स्टेट उना दी डिफरेंट आ, पर दोनों दा एस सच मेरे को जेडी ऑप्टिकल डेंसिटी आ, मतलब दोनों दा रिफ्रैक्टिव इंडेक्स सेम आ, ते इवन देन कहना जी लाइट सफर नो रिफ्रैक्शन, यानी इस केस के अंदर भी लाइट दी कोई रिफ्रैक्शन नहीं होएगी। इस तो अलावा यानी इन्हां दो कंडीशन ਨੂੰ ਛੱਡ ਕੇ ਜੇ ਲਾਈਟ ਕਿਸੇ ਵੀ ਹੋਰ ਕੰਡੀਸ਼ਨ ਚ ਆਵੇ ਤੇ ਹਮੇਸ਼ਾ ਉਸ ਲਾਈਟ ਨੇ ਆਪਣੇ ਸਟ੍ਰੇਟ ਲਾਈਨ ਪਾਥ ਤੋਂ ਡੈਵੀਏਟ ਕਰਨਾ ਹੀ ਕਰਨਾ, यानी ਉਹਦੀ ਰਿਫਰੈਕਸ਼ਨ ਹੋਏਗੀ।
एंगल आई आइदर आर तो ग्रेटर होएगा या स्मॉलर होएगा, बट इक्वल नहीं होएगा। क्या आ चीज क्लियर है सारी? Yes, sir. Yes, sir. Yes. सो बेटा मैं इन्ने टॉपिक ਦੇ ਅੰਦਰ ਜੋ ਕਰ ਰਿਹਾ ਉਹ ਐਸ ਸੱਚ ਮੇਨ ਇੱਕ ਟਰਮ ਆਪਾਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਐਂਡ ਦ ਟਰਮ ਇਜ਼ ਟੂ ਬੀ ਦਾ ਕਹਿੰਦਾ ਜੀ ਆਪਣੇ ਕੋਲ ਰਿਫਰੈਕਟਿਵ ਇੰਡੈਕਸ ਕੀ ਹੁੰਦਾ। क्या ਰਿਫਰੈਕਟਿਵ ਇੰਡੈਕਸ ਦਾ ਕਨਸੈਪਟ ਕਲੀਅਰ ਹੈ ਸਾਰਿਆਂ ਨੂੰ? Yes, sir. Yes, sir. ਕੋਈ ਹੈਗਾ ਵਾ ਵਿੱਚ ਐਂਟਰ ਕਰਦਾ ਪਿਆ, ਉਹਨਾਂ ਨੇ ਨਾਂ ਲਿਖਿਆ ਜੀ ਮੇਰਾ ਪਿਆਰ ਸਰ ਐਂਟਰ ਦਾ ਵੇਟਿੰਗ ਰੂਮ। ਇਹ ਤੁਹਾਡੇ 'ਚ ਹੀ ਕੋਈ ਨਾ ਕੋਈ ਬੇਵਕੂਫ ਇਦਾਂ ਦਾ ਹੈਗਾ ਜਿਹੜਾ ਆਈਡੀ ਸ਼ੇਅਰ ਕਰਦਾ। ਕਿ ਮੈਂ ਗਲਤ ਆ ਕਿ ਕਲਾਸ ਲੈਬ ਠੀਕ ਹੈ ਤੁਹਾਡਾ ਟੌਪਿਕ ਦਾ ਹੈਡਿੰਗ ਆ, ਔਰ ਪੁੱਤ ਇਹਦੇ ਵਿੱਚ ਕੁਐਸਚਨ ਇਹ ਬਣ ਜਾਂਦਾ ਕਿ ਵੀ ਪ੍ਰੂਵ ਇਹ ਕਰੋ ਕਿ ਜਦੋਂ ਲਾਈਟ ਕਿਸੇ ਗਲਾਸ ਸਲੈਬ ਚੋਂ ਪਾਸ ਆਨ ਕਰਦੀ ਆ ਠੀਕ ਹੈ ਤੇ ਰਿਫਰੈਕਟਡ ਲਾਈਟ ਤੇ ਜਿਹੜੀ ਇਨਸੀਡੈਂਟ ਲਾਈਟ ਆ ਜਿਹੜੀ ਗਲਾਸ ਸਲੈਬ ਦੇ ਵਿੱਚੋਂ ਰਿਫਰੈਕਟ ਕਰਕੇ ਫਾਈਨਲੀ ਗਲਾਸ ਸਲੈਬ ਚੋਂ ਅਮਰਜ ਆਊਟ ਕਰਦੀ ਆ ਉਹ ਲਾਈਟ ਰੇ ਤੇ ਜਿਹੜੀ ਇਨਸੀਡੈਂਟ ਲਾਈਟ ਰੇ ਆ ਇਹ ਆਪਸ ਇੱਕ ਦੂਜੇ ਦੇ ਪੈਰਲਲ ਆ। ਠੀਕ ਹੈ, ਇੱਕ ਇਹ ਕੰਡੀਸ਼ਨ ਪ੍ਰੂਵ ਕਰਨੀ ਆਂਦੀ। ਇੱਕ ਇਹ ਹੋਏਗਾ ਕਿ ਜੇ ਰਿਫਰੈਕਟਿਵ ਇੰਡੈਕਸ ਆਪਾਂ ਗਲਾਸ ਦਾ ਵਿਦ ਰਿਸਪੈਕਟ ਟੂ 에ਅਰ ਲਿਖਦੇ ਆ ਤਾਂ ਕਹਿੰਦਾ ਜੋ ਰੈਸੀਪ੍ਰੋਕਲ ਹੋਏਗਾ ਰਿਫਰੈਕਟਿਵ ਇੰਡੈਕਸ ਆਫ 에ਅਰ ਵਿਦ ਰਿਸਪੈਕਟ ਟੂ ਗਲਾਸ। ਠੀਕ ਹੈ, ਤੇ ਤੀਜਾ ਅਸੀਂ ਇਹਦੇ ਵਿੱਚ ਇੱਕ ਪਾਰਟ ਲਵਾਂਗੇ ਕਿ ਜਦੋਂ ਲਾਈਟ ਆਪਣੇ ਸਟ੍ਰੇਟ ਲਾਈਨ ਪਾਥ ਤੋਂ ਡੈਵੀਏਟ ਕਰਦੀ ਆ, ਜਦੋਂ ਲਾਈਟ ਆਪਣੇ ਸਟ੍ਰੇਟ ਲਾਈਨ ਪਾਥ ਤੋਂ ਡੈਵੀਏਟ ਕਰਦੀ ਆ ਤੇ ਉਹਦੀ ਲੇਟਰਲ ਡਿਸਪਲੇਸਮੈਂਟ ਕਿੰਨੀ, ਅਸੀਂ ਉਹ 'ਚ ਇੱਕ ਲੇਟਰਲ ਸ਼ਿਫਟ ਦੀ ਵੈਲਿਊ ਕੈਲਕੂਲੇਟ ਕਰਾਂਗੇ, ਉਹਦੀ ਲੇਟਰਲ ਡਿਸਪਲੇਸਮੈਂਟ ਜਾਂ ਲੇਟਰਲ ਸ਼ਿਫਟ ਦੀ ਵੈਲਿਊ ਕਿੰਨੀ। ਇਹ 2 ਤੋਂ 3 ਚੀਜ਼ਾਂ ਲਈ ਇੱਕ ਟੌਪਿਕ ਆਪਣਾ ਕਾਮਨ ਰਹੇਗਾ, ਡਾਇਗਰਾਮ ਉਹਦੀ ਕਾਮਨ ਹੋਏਗੀ, ਉਹ 'ਚ ਡਿਫਾਈਨ ਹੀ ਕਰਦੇ ਪਏ। ऐसा चीज अपने को कहना जी रेक्टेंगुलर ग्लास स्लैब आ जाएगी। इस रेक्टेंगुलर ग्लास स्लैब के उत्ते ਅਸੀਂ कहना जी ਜਦੋਂ ਲਾਈਟ ਇਨਸੀਡੈਂਟ ਕਰੇਗੀ ठीक है ਆ ਮੇਰੇ ਕੋਲ ਇਨਸੀਡੈਂਟ ਰੇ ਆ ਜਾਏਗੀ ਜਿਹੜੀ ਇਸ ਦੇ ਉੱਤੇ ਐਸ ਸੱਚ ਮੇਰੇ ਕੋਲ ਸਮਾਲ ਐਂਗਲ ਆਈ ਦੇ ਉੱਤੇ ਇਨਸੀਡੈਂਟ ਕਰੇਗੀ। ਸੋ ਐਂਗਲ ਆਈ ਮੇਰਾ ਐਂਗਲ ਆਫ ਇਨਸੀਡੈਂਸ ਆ ਜਾਏਗਾ। ਲਾਈਟ ਅਸੀਂ ਕੰਸੀਡਰ ਕਰਦੇ ਪਏ 에ਅਰ ਤੋਂ ਗਲਾਸ ਮੀਡੀਅਮ ਚ ਗਈ ਆ, लाइट एयर तो ग्लास मीडियम च गई है ते इसलिए लाइट रेयर तो डेंसर गई, सो इट विल बेंड टुवर्ड्स द नॉर्मल। जे एदा स्ट्रेट लाइन पाथ बनावा ते आ एदा स्ट्रेट पाथ बनना सी ते लाइट साडी कहना जी टुवर्ड्स द नॉर्मल मीन इस वे ना बेंड करेगी। जदों लाइट बेंड करके ऐसे जे तो गई एदा एंगल ऑफ रिफ्रैक्शन ਅਸੀਂ r ਨਾਲ डिफाइन कर दिन्ने। ठीक है, और ये रिफ्रैक्टेड रे ਜਿਹੜੀ ਆ ਮੇਰੇ ਕੋਲ ਐਸਾ ਚ ਨੂੰ ਕੁਝ ਨਾਮ ਦੇ ਦਿਓ ਜਿਹੜੀ KL ਮੇਰੀ इंसिडेंट रे सी। वीडियो क्लियर आ रही है? Yes, sir. Yes, sir. सर बीच बीच में ब्लर हो जाती। ठीक है, ਜਿਹੜੀ KL ਮੇਰੀ इंसिडेंट रे है ते LM ਮੇਰੀ ਜਿਹੜੀ ਉਹ ਰਿਫਰੈਕਟਡ ਰੇ ਹੈ। ਰਿਫਰੈਕਟਡ ਰੇ ਸੈਕੰਡ ਫੇਸ ਤੇ ਜਦੋਂ SH इंसिडेंट ਕਰਦੀ ਤੇ ਇਹ ਮੇਰੀ इंसिडेंट रे ਬਣ ਗਈ ਸੈਕੰਡ ਇੰਟਰਫੇਸ ਵਾਸਤੇ। और इथों लाइट जो मेरे को ट्रैवल करती पई नाउ लाइट विल ट्रैवल फ्रॉम इथे लाइट ट्रैवल करती पई डेंसर टू रेयर मीडियम ते डेंसर टू रेयर मीडियम काजल चेक करियो है ग्रुप च कि नहीं। डेंसर टू रेयर मीडियम जो लाइट जाएगी ते इट विल बेंड अवे फ्रॉम द नॉर्मल यानी लाइट मेरी इस वे ना नॉर्मल तो अवे निकल जानी, ਇਹਦਾ स्ट्रेट पाथ बनावा ते कुछ इस वे ना बनना। सर नहीं है। ओके जी, सो लाइट मेरी इस मोमेंट ते जदों इत्थे इंसीडेंट करेगी ते एदा पुੱਤ आ एंगल जेड़ा होएगा क्योंकि आ लाइन भी ते आ लाइन ये नॉर्मल आ दोनों दे दोनों पैरेलल आ ते आ इना दोनों वास्ते ट्रांसवर्सल आ इसलिए एंगल r दी वैल्यू ते इत्थे एंगल दी वैल्यू आ दोनों दी दोनों वैल्यू आपस इक्वल हो। यस सर। ठीक है, Yes, sir. ਇੱਥੇ ਇਹ ਐਂਗਲ ਆਫ ਰਿਫਰੈਕਸ਼ਨ ਆ, ਇੱਥੇ ਇਹ ਐਂਗਲ ਆਫ ਇਨਸੀਡੈਂਟ ਬਣ ਗਿਆ ਯਾਨੀ ਇਹ ਐਂਗਲ ਆਫ ਇਨਸੀਡੈਂਸ ਹੋ ਗਿਆ, ਇੱਥੇ ਇਹ ਪਿਛਲੀ ਸਰਫੇਸ ਲਈ ਐਂਗਲ ਆਫ ਰਿਫਰੈਕਸ਼ਨ ਸੀਗਾ। ਔਰ ਲਾਈਟ ਫਾਈਨਲੀ ਜਿਹੜੇ ਪਾਥ ਤੇ ਬਾਹਰ ਨਿਕਲੀ ਆ ਇਹਨੇ ਇੱਥੇ ਜਿਹੜਾ ਐਂਗਲ ਬਣਾਇਆ ਇਹਨੂੰ ਐਂਗਲ E ਯਾਨੀ ਇਹਨੂੰ ਐਂਗਲ ਆਫ ਐਮਰਜੈਂਸ ਡਿਫਾਈਨ ਕਰ ਦਾਂਗੇ। क्या इतना क्लियर आ? Yes, sir. यस सर। ਹੁਣ ਜਿਹੜੀ ਐਮਰਜੈਂਟ ਰੇ
ਜਿਹੜੀ emergent ray ਮੇਰੀ as such ਇਸ ਮੂਵਮੈਂਟ ਤੇ ਇਸ ਪੁਆਇੰਟ ਤੋਂ ਬਾਹਰ ਨਿਕਲੇਗੀ, ਅਸੀਂ ਇਸ ਰੇ ਦੇ ਸਾਹਮਣੇ, ਠੀਕ ਹੈ, ਇਸ emergent ray ਦੇ ਸਾਹਮਣੇ ਇੱਕ ਪਲੇਨ ਮਿਰਰ ਜਿਹੜਾ ਉਹ ਲਗਾ ਦਾਂਗੇ ਬੇਟਾ। ਤੇ ਪਲੇਨ ਮਿਰਰ ਦੀ ਪ੍ਰੋਪਰਟੀ ਹੈ ਕਿ ਵੀ ਜੇ ਮਿਰਰ ਦੇ ਉੱਤੇ ਲਾਈਟ ਨਾਰਮਲ ਇਨਸੀਡੈਂਟ ਕਰਦੀ ਆ ਤੇ ਉਹ ਆਪਣੇ ਪਾਥ ਨੂੰ ਰੀਟ੍ਰੇਸ ਕਰਦੀ ਆ। ਇਹਦਾ ਮਤਲਬ ਜੇ ਆ ਇਨਸੀਡੈਂਟ ਰੇ ਬਣੀ ਤੇ ਆਪਣੀ ਰਿਫਰੈਕਟਡ ਰੇ ਇਸ ਪੁਆਇੰਟ ਤੋਂ ਜਿਹੜੀ ਰਿਫਲੈਕਟਡ ਰੇ ਨਿਕਲਣੀ ਆ ਉਹ ਇਸੇ ਪਾਥ ਨੂੰ ਰੀਟ੍ਰੇਸ ਕਰੂ। Yes, sir. Yes, sir. Yes, sir. ਹੁਣ ਆਹ ਫਿਰ ਜਿਹੜੀ NM ਹੋਏਗੀ, NM ਜਿਹੜੀ ਆ ਇਹ ਮੇਰੀ ਇਨਸੀਡੈਂਟ ਰੇ ਬਣ ਗਈ ਤੇ ਜਿਹੜੀ M ਪੁਆਇੰਟ ਤੋਂ ਲਾਈਟ ਨਿਕਲੀ ਜੇ ਦਾ ਸਟ੍ਰੇਟ ਪਾਥ ਬਣਾਵਾਂ ਤੇ ਇਹਦਾ ਸਟ੍ਰੇਟ ਪਾਥ ਆ ਬੰਨਾ ਸੀ। ਇਹਦਾ ਮਤਲਬ ਲਾਈਟ ਮੇਰੀ ਸਟ੍ਰੇਟ ਪਾਥ ਤੋਂ ਅੰਦਰ ਨੂੰ ਬੈਂਡ ਹੋਈ ਆ ਕਿਉਂਕਿ ਲਾਈਟ ਚੱਲੀ ਰੇਅਰ ਟੂ ਡੈਂਸਰ, ਇਸ ਲਈ ਟੁਵਰਡਸ ਦਾ ਨਾਰਮਲ ਜਦੋਂ ਬੈਂਡ ਹੋਈ ਤੇ ML ਜਿਹੜੀ ਰੇ ਹੋਏਗੀ ਇਹ ਮੇਰੀ ਰਿਫਰੈਕਟਡ ਰੇ ਬਣ ਜਾਊ। ਹਾਂਜੀ ਸਰ। ਇਹਦਾ ਮਤਲਬ ਆ ਐਰੋ ਇੱਥੇ ਪਾ ਲਾ ਤੇ ਹੁਣ M to L ਜਿਹੜੀ ਰੇ ਆ ਇਹ ਮੇਰੀ ਰਿਫਰੈਕਟਡ ਰੇ ਪਹਿਲੇ ਆ ਵਾਲੇ ਇੰਟਰਫੇਸ ਲਈ ਬਣ ਗਈ। Yes, sir. ਹੁਣ ਇਹ ਰਿਫਰੈਕਟਡ ਰੇ ਜਦੋਂ L ਪੁਆਇੰਟ ਤੇ ਦੁਬਾਰਾ ਇਨਸੀਡੈਂਟ ਕਰੇਗੀ, ਇਹਦਾ ਮਤਲਬ L ਪੁਆਇੰਟ ਵਾਸਤੇ ML ਮੇਰੀ ਇਨਸੀਡੈਂਟ ਰੇ ਆ ਤੇ ਇਨਸੀਡੈਂਟ ਰੇ ਚੱਲਦੀ ਪਈ ਡੈਂਸਰ ਟੂ ਰੇਅਰ ਤੇ ਡੈਂਸਰ ਟੂ ਰੇਅਰ ਜਦੋਂ ਇਹਨੇ ਬਾਹਰ ਨਿਕਲਣਾ ਇਹਦਾ ਸਟ੍ਰੇਟ ਪਾਥ ਬਣਾਵਾ ਆ ਵਾਲੀ ਰੇ ਦਾ, ਇਹ ਇੱਥੇ ਕਿਤੇ ਆਣਾ ਸੀ। ਇਹਦਾ ਮਤਲਬ ਲਾਈਟ ਆਪਣੇ ਸਟ੍ਰੇਟ ਪਾਥ ਤੋਂ ਅਵੇ ਫਰਮ ਦਾ ਨਾਰਮਲ ਬੈਂਡ ਕਰੋ। Yes, sir. Yes, sir. ਇਹਦਾ ਮਤਲਬ ਇਹ ਹੋ ਗਿਆ ਕਿ ਜੇ ਮੈਂ ਇੱਥੇ ਲੈ ਕੇ ਚੱਲਾਂ ਤੇ ਫਿਰ ਆ ਰੇ ਜਿਹੜੀ ਮੇਰੀ ਆ LK ਰੇ ਜਿਹੜੀ ਆ ਇਹ ਮੇਰੀ ਫਾਈਨਲ emergent ਰੇ ਬਣੂ। Yes, sir. ਤੇ ਬੇਟਾ ਇਸ ਸਾਰੀ ਚੀਜ਼ ਨੂੰ ਜਿਹਦੇ ਵਿੱਚ ਮੈਨੂੰ ਕੀ ਦਿਖਦਾ ਪਿਆ ਕਿ ਜੇ ਲਾਈਟ K to L ਚੱਲੀ ਔਰ ਫਾਈਨਲੀ M ਪੁਆਇੰਟ ਤੋਂ emerge ਆਊਟ ਕੀਤੀ ਤੇ ਜੇ ਮੈਂ N ਪੁਆਇੰਟ ਤੋਂ ਲਾਈਟ ਨੂੰ ਇਨਸੀਡੈਂਟ ਕਰਾਵਾਂ ਤੇ ਫਾਈਨਲੀ LK ਦੇ ਅਲੋਂਗ ਲਾਈਟ ਨੂੰ emerge ਆਊਟ ਕਰਾਵਾਂ ਤੇ ਪ੍ਰਿੰਸੀਪਲ ਆਫ ਰਿਵਰਸਿਬਿਲਿਟੀ ਆਫ ਲਾਈਟ ਦੇ ਅਕੋਰਡਿੰਗਲੀ ਲਾਈਟ ਆਪਣੇ ਸੇਮ ਪਾਥ ਨੂੰ ਰੀਟ੍ਰੇਸ ਕਰੇਗੀ। Yes, sir. क्या इन्नी गल क्लियर है सारे नु बेटा? Yes, sir. Yes, sir. Yes, sir. चलो फाइनल वर्ड ले रहे हैं फिगर दे अकॉर्डिंगली। हुन जेड़ा ओरिजिनल इंसीडेंट रे दा पाथ आ ओ आ पेन दे अलोंग आ, जेड़ी फाइनल emergent रे निकली आ ओ आ पाथ दे अलोंग आ। ਇਹਦਾ ਮਤਲਬ ਹੋਇਆ ਇਹ ਆ ਕਿ ਲਾਈਟ ਆਪਣੇ ओरिजिनल ਪਾਥ ਤੋਂ ਅਸੀਂ ਕਹਿੰਦੇ ਜੀ ਲੇਟਰਲੀ ਡਿਸਪਲੇਸ ਕਰ ਗਈ। ਲਾਈਟ ਆਪਣੇ ओरिजिनल ਪਾਥ ਤੋਂ ਲੇਟਰਲੀ ਡਿਸਪਲੇਸ ਕਰਕੇ ਇਸ ਪਾਥ ਦੇ ਅਲੋਂਗ ਨਿਕਲੀ ਹੈ ਨਾ। ਔਰ ਇਸ ਮੂਵਮੈਂਟ ਤੇ ਅਸੀਂ ਪ੍ਰੂਵ ਇਹ ਕਰਦੇ ਪਏ ਕਿ ਜਿਹੜੀ ओरिजिनल ਪਾਥ ਆਫ ਇਨਸੀਡੈਂਟ ਰੇ ਆ ਤੇ ਜਿਹੜਾ ਫਾਈਨਲ ਪਾਥ ਆਫ emergent ਰੇ ਆ ਇਹ ਦੋਨੋਂ ਦੇ ਦੋਨੋਂ ਰੇਜ਼ ਜਿਹੜੀਆਂ ਨੇ ਇਹ ਇੱਕ ਦੂਜੇ ਦੇ ਪੈਰਲਲ ਆ। ਔਰ ਜੇ ਇਹ ਦੋਨੋਂ ਰੇਜ਼ ਇਨਸੀਡੈਂਟ ਰੇ ਤੇ emergent ਰੇ ਜੇ ਇੱਕ ਦੂਜੇ ਦੇ ਪੈਰਲਲ ਆ ਤੇ ਇਹਦਾ ਮਤਲਬ ਆ ਐਂਗਲ ਆਫ ਇਨਸੀਡੈਂਸ ਤੇ ਇੱਥੇ ਐਂਗਲ ਆਫ emergence ਇਹ ਆਪਸ ਦੇ ਵਿੱਚ ਇਕੁਅਲ ਆ। क्या ਇੰਨੀ ਗੱਲ ਸਮਝ ਲੱਗੀ? Yes, sir. Yes, sir. क्या लास्ट लाइन समझ आई जो बोली मैं? Yes, sir. Yes, sir. मैं फिर रिपीट कर रहा बेटा। लास्ट लाइन ਅਸੀਂ ਇਹ ਬੋਲੀ ਆ ਕਿ ਵੀ ਇਸ ਟੌਪਿਕ ਦੇ ਅੰਦਰ ਅਸੀਂ ਇੱਕ ਕੰਡੀਸ਼ਨ ਪ੍ਰੂਵ ਕਰਨੀ ਆ ਕਿ ਵੀ ਜਿਹੜੀ ओरिजिनल ਇਨਸੀਡੈਂਟ ਰੇ ਆ ਤੇ ਜਿਹੜੀ ਫਾਈਨਲ emergent ਰੇ ਆ ਇਹ ਦੋਨੋਂ ਰੇਜ਼ ਇੱਕ ਦੂਜੇ ਦੇ ਪੈਰਲਲ ਹੁੰਦੀਆਂ। ਔਰ ਇਹਨੂੰ ਪੈਰਲਲ ਪ੍ਰੂਵ ਕਰਨ ਦਾ ਮੈਥਡ ਇਹ ਹੋਏਗਾ ਕਿ ਜੇ ਮੈਂ ਆ ओरिजिनल ਇਨਸੀਡੈਂਟ ਰੇ ਲੈ ਲਵਾਂ ਤੇ ਆ ਫਾਈਨਲ emergent ਰੇ ਲੈ ਲਵਾਂ, ਅਸੀਂ ਕਹਿੰਦੇ ਇਹ ਦੋਨੋਂ ਰੇ ਜੇ ਪੈਰਲਲ ਆ ਤੇ ਫਿਰ ਐਂਗਲ I ਤੇ ਐਂਗਲ E ਆਪਸ ਵਿੱਚ ਇਕੁਅਲ ਆਣੇ ਚਾਹੀਦੇ ਆ। क्या ਇੰਨੀ ਕੰਡੀਸ਼ਨ ਸਮਝ ਆਈ? Yes, sir. Yes, sir. ਚਲ ਹੁਣ ਇਹੀ ਚੀਜ਼ ਨੂੰ ਪ੍ਰੂਵ ਕਰਨ ਵਾਸਤੇ ਆਪਾਂ ਐਸ ਚ ਕਰਨਾ ਕੀ ਆ, ਇੱਕ ਵਾਰੀ ਉਹਨੂੰ ਸਮਰਾਈਜ਼ ਕਰ ਰਹੇ ਆ। ਤੁਸੀਂ ਪੁੱਤ 3 ਵਾਰੀ ਐਸ ਚ ਸਨੈਲ ਲਾਅ ਲਾਣਾ ਵਾ। ਇੱਕ ਵਾਰੀ ਸਨੈਲ ਲਾਅ ਲਾਵਾਂਗੇ L ਪੁਆਇੰਟ ਦੇ ਉੱਤੇ ਇਸ ਇੰਟਰਫੇਸ AB ਦੇ ਉੱਤੇ, ਇੱਕ ਵਾਰੀ ਸਨੈਲਸ ਲਾਅ ਲਗਾਵਾਂਗੇ M ਪੁਆਇੰਟ ਦੇ ਉੱਤੇ DC ਇੰਟਰਫੇਸ ਤੇ। ਜਦੋਂ M ਪੁਆਇੰਟ ਤੇ ਲਾਣਾ ਤੇ ਅਸੀਂ ਆ LM ਰੇ ਨੂੰ ਇਨਸੀਡੈਂਟ ਰੇ ਲਵਾਂਗੇ
ਤੇ mn ਨੂੰ ਰਿਫਰੈਕਟਡ ਲਵਾਂਗੇ। ਦੂਜੀ ਵਾਰੀ ਅਸੀਂ ਇਧਰੋਂ nm ਨੂੰ ਇਨਸੀਡੈਂਟ ਤੇ ml ਨੂੰ ਜਿਹੜਾ ਰਿਫਰੈਕਟਡ ਰੱਖ ਕੇ ਫਿਰ ਆਪਾਂ SH ਸਨੈਲ ਲਾਅ ਇਸੇ ਪੁਆਇੰਟ ਤੇ ਲਾਵਾਂਗੇ। ਇਹਦਾ ਮਤਲਬ ਇਸ ਪੁਆਇੰਟ ਤੇ ਦੋ ਵਾਰੀ ਸਨੈਲ ਲਾਅ ਤੇ ਇਸ ਪੁਆਇੰਟ ਤੇ ਇੱਕ ਵਾਰੀ ਸਨੈਲ ਲਾਅ, ਤਿੰਨ ਇਕੁਏਸ਼ਨ ਬਣਨੀਆਂ। ਉਹਨਾਂ ਤਿੰਨ ਇਕੁਏਸ਼ਨ ਨੂੰ ਅਸੀਂ ਸਿੰਪਲੀਫਾਈ ਕਰਕੇ एंगल I ਤੇ एंगल E आपस इक्वल कर देने। क्या इन्नी गल समझ लगी? Yes, sir. Yes, sir. चलो ਹੁਣ ਸ਼ੁਰੂ Yes. ਕਰਨਾ ਕਿ ਆਪਾਂ ਥਿਉਰੀ ਵਾਈਜ਼ ਜਿੰਨਾ ਕ ਆਪਾਂ ਉਹਦੀ ਫਿਗਰ ਨੂੰ ਐਕਸਪਲੇਨ ਕਰਕੇ ਚੱਲਣਾ ਸੀ ਉਹ ਕੰਪਲੀਟ ਆ ਬੇਟਾ। ਹੁਣ ਮੈਥਮੈਟਿਕਲੀ ਕੀ ਆ? ਅਪਲਾਈ ਸਨੈਲਸ ਲਾਅ ਐਟ L ਪੁਆਇੰਟ ਤੇ ਸਨੈਲ ਲਾਅ ਲਾਈਏ। ਸਨੈਲ ਲਾਅ ਲਾਉਣ ਦਾ ਮੈਥਡ ਇਹ ਲਿਖਾਂਗਾ, ਜਿਹੜਾ ਐਂਗਲ ਲਵਾਂਗਾ इस इंटरफेस से दो एंगल आ, एक एंगल ऑफ इंसिडेंस ते एक एंगल ऑफ रिफ्रैक्शन, और इस थां ते दो मेरे मीडियम इन्वॉल्वड आ। ਇਹਦਾ ਰਿਫਰੈਕਟਿਵ ਇੰਡੈਕਸ μ a ਆ ਗਿਆ, ਗਲਾਸ ਦਾ ਰਿਫਰੈਕਟਿਵ ਇੰਡੈਕਸ μ g ਆ ਗਿਆ। ਜਿਹੜਾ ਰਿਫਰੈਕਟਿਵ ਇੰਡੈਕਸ ਆ ਤੇ ਉਸ ਮੀਡੀਅਮ ਦੇ ਅੰਦਰ ਜਿਹੜਾ ਐਂਗਲ ਹੋਏਗਾ, ਠੀਕ ਹੈ, ਇਹਨਾਂ ਦੋ ਚੀਜ਼ਾਂ ਦੀ ਪ੍ਰੋਡਕਟ ਤੇ ਅੰਦਰਲੇ ਮੀਡੀਅਮ 'ਚ ਇਹਨਾਂ ਦੋ ਚੀਜ਼ਾਂ ਦੀ ਪ੍ਰੋਡਕਟ ਇਹ ਆਪਸ ਦੇ ਵਿੱਚ ਇਕੁਅਲ ਆ। स्नैल लॉ लिखन का एक मैथड ये होएगा, ठीक है जी, कि आप इन्हों इदां लिख दईए sin I इंटू म्यू ए प्रोडक्ट ऑफ एंगल साइन ऑफ एंगल इंटू रिफ्रैक्टिव इंडेक्स इक्वल टू कहना जी sin R इंटू म्यू जी। असल च स्नैल लॉ इदां लिख के इन्हों मुड़ के असीं sin I ते sin R दी रेशो लिख लेने हैं। Therefore, इन्हों लिखना ते be right sin I by sin R it should be equal to mu G by mu A, और ਇਹਦਾ कॉमन सिंबल पाना होवे ते ਅਸੀਂ A mu G लिखांगे। क्या स्नेल लॉ लिखन ਦਾ ਮੈਥਡ ਕਲੀਅਰ ਹੈ ਸਾਰਿਆਂ ਨੂੰ? Yes, sir. Yes, sir. Yes, sir. ਹੁਣ ਇਹ स्नेल लॉ ਲਾਇਆ ਆਪਾਂ L ਤੇ, ਹੁਣ स्नेल लॉ ਲਾ ਦੋ M ਤੇ। अप्लाई स्नेल लॉ एट M, और कंडीशन ए लगाई विद L M एज इंसिडेंट रे, ठीक है जी। M ते लाना पर L M नु इंसिडेंट रे मनो, यानी आ मेरा एंगल ऑफ इंसिडेंस होएगा। देन वी राइट म्यू G इनटू sin R इक्वल टू मुड़ के लाइट फिर एयर मीडियम च आ जानी है ते एयर मीडियम का रिफ्रैक्टिव इंडेक्स मेरा म्यू ए ते इस मीडियम च एंगल ई आ, यानी म्यू ए इनटू sin ई। इथों कंडीशन बना दियो, आ एंगल ऑफ इंसिडेंस आ एंगल ऑफ रिफ्रैक्शन आ। देयरफॉर अपने को कंडीशन आ गई sin R by sin E इक्वल टू म्यू ए by म्यू जी, और इनू सिंबल देना होवे ते बी राइट इट इज इक्वल टू जी म्यू ए। क्या सेकंड कंडीशन क्लियर है? Sir, last step repeat करियो। अब पुत्र जदों इन्नी चीज एक कन्फ्यूजन बननी आ, उन्हें दिमाग च रख के चलो। जदों आ साइड लिखनी आ, ਇਹਦੇ ਲਈ ਸਿੱਧਾ ਸਿੱਧਾ ਮੈਥਡ ਇਹ ਹੁੰਦਾ ਕਿ ਹਮੇਸ਼ਾ ਉੱਪਰ ਇਨਸੀਡੈਂਟ ਰੇ ਦਾ ਮੀਡੀਅਮ ਲਿਖਿਆ ਜਾਣਾ, ਨੀਚੇ ਹਮੇਸ਼ਾ ਰਿਫਰੈਕਟਡ ਰੇ ਦਾ ਮੀਡੀਅਮ ਲਿਖਿਆ ਜਾਣਾ। ਆਪਣੇ ਕੋਲ ਐਸਐਚ ਲਾਈਟ ਗਲਾਸ ਤੋਂ 에ਅਰ ਚ ਨਿਕਲੀ ਆ, ਬੋਲਣ ਲੱਗੇ ਇਹਨੂੰ ਮੈਂ ਬੋਲਾਂਗਾ ਰਿਫਰੈਕਟਿਵ ਇੰਡੈਕਸ ਆਫ 에ਅਰ ਵਿਦ ਰਿਸਪੈਕਟ ਟੂ ਗਲਾਸ। क्या क्लियर है गल? Yes, sir. चल तीजी बारी फिर M पॉइंट दे उत्ते आपां लगाना। दिलप्रीत देखियो हैगा कि नहीं? कोई दिलप्रीत हैगा? बाजल फेक नहीं है। काजल कर रहे हैं जी कंटिन्यू। सो जे हम फिर इसे M पॉइंट ਦੇ ਉੱਤੇ ਆਪਾਂ स्नेल लॉ ਲਾਈਏ और n M ਨੂੰ इंसिडेंट रे बेटा ले लिए ਤੇ ਆਪਣੇ ਕੋਲ सेकंड टाइम कंडीशन आ जाएगी अप्लाई स्नेल लॉ
with NM as incident ray, ठीक है। तो therefore अपने को कंडीशन ये होएगी mu a into sin e, mu a into sin e इक्वल टू आ जाएगा mu g into sin r। लिखिया ਉਹੀ ਫੇਰ ਦੁਬਾਰਾ ਪਰ ਇੱਕ ਫਰਕ ਆ, ਇੱਥੇ ਆ ਐਂਗਲ ਆਫ ਇਨਸੀਡੈਂਸ ਸੀਗਾ ਤੇ ਆ ਐਂਗਲ ਆਫ ਰਿਫ੍ਰੈਕਸ਼ਨ ਸੀਗਾ। ਹੁਣ ਜਦੋਂ ਲਾਈਟ n ਤੋਂ m ਗਈ ਆ ਤੇ ਇਹ ਮੇਰਾ ਐਂਗਲ ਆਫ ਇਨਸੀਡੈਂਸ ਆ ਔਰ ਆ ਮੇਰਾ ਐਂਗਲ ਆਫ ਰਿਫ੍ਰੈਕਸ਼ਨ ਆ। ਕਿ ਇੰਨੀ ਗੱਲ ਕਲੀਅਰ ਆ? Yes, sir. Yes. देयरफॉर जे इनु लिख लिए ते अपनी कंडीशन बन गई sin e by sin r angle of incidence to the angle of refraction, ठीक है जी। it should be equal to mu g by mu a और इनो से लिख लांगे a mu g। आ मेरी इक्वेशन 3 आ गई। क्या क्लियर बच्चे? Yes, sir. ਹੁਣ ਜੇ ਇਹਦੇ ਵਿੱਚੋਂ ਇਕੁਏਸ਼ਨ 1 ਤੇ ਇਕੁਏਸ਼ਨ 3 ਨੂੰ ਕੰਪੇਅਰ ਕਰਾਂ, ਦੋਨਾਂ ਦੀ ਰਾਈਟ ਹੈਂਡ ਸਾਈਡ ਇਕੁਅਲ ਆ, ਇਸ ਲਈ ਲੈਫਟ ਹੈਂਡ ਸਾਈਡ ਇਕੁਏਟ ਕਰ ਦਾਂਗੇ। ਤੇ ਜੇ ਇਕੁਏਟ ਕਰਕੇ ਚੱਲੀਏ ਆਪਣੇ ਕੋਲ ਆ ਗਿਆ from 1 and 3 अपने को रिजल्ट आ जाएगा sin I by sin r equal to sin E by sin r। ਤੇ ਪੁੱਤ ਦੋਨਾਂ ਦੇ ਡਿਨੋਮੀਨੇਟਰ ਸੇਮ ਆ, ਇਹਦਾ ਮਤਲਬ ਡਿਨੋਮੀਨੇਟਰ ਦੋਨਾਂ ਦੇ ਆਪਸ ਵਿੱਚ ਕੈਨਸਲ ਹੋ ਗਏ ਔਰ ਰੇਸ਼ੋ ਵੀ ਆਪਸ ਵਿੱਚ ਸੇਮ ਸੀਗੀ, ਇਸ ਲਈ ਇਹਨਾਂ ਦੇ ਨਿਊਮੀਨੇਟਰ ਵੀ ਇਕੁਅਲ ਹੋ ਗਏ। ਇਹਦਾ ਮਤਲਬ sin I ਤੇ sin E ਆਪਸ ਵਿੱਚ ਇਕੁਅਲ ਆ। ਤੇ ਜੇ ਇਹ ਦੋ ਇਕੁਅਲ ਆ ਤੇ ਇਹਦਾ ਮਤਲਬ ਐਂਗਲ I ਤੇ ਐਂਗਲ E ਆਪਸ ਵਿੱਚ ਇਕੁਅਲ ਆ ਜੋ। Yes, Yes, sir. sir. Yes, sir. Yes, sir. ਦਾ ਮਤਲਬ ਆਪਣੇ ਕੋਲ ਜਿਹੜੀ ਕੰਡੀਸ਼ਨ ਇਹ ਸੀਗੀ ਕਿ ਵੀ ਜੇ ਇਨਸੀਡੈਂਟ ਰੇ ਤੇ ਐਮਰਜੈਂਟ ਰੇ ਪੈਰਲਲ ਆ ਤੇ ਐਂਗਲ I ਤੇ ਐਂਗਲ E ਇਕੁਅਲ ਆਣੇ ਚਾਹੀਦੇ। ਇਹਦਾ ਮਤਲਬ ਜੇ ਆ ਇਕੁਅਲ ਆ ਰਹੇ ਆ ਤੇ ਦੈਨ ਵੀ ਕੈਨ ਰਾਈਟ, ਆਪਾਂ ਲਾਸਟ ਲਾਈਨ ਲਿਖੀਏ देयरफॉर ਜਿਹੜੀ KL ਰੇ ਹੋਏਗੀ, ठीक है, ਜਿਹੜੀ ਆਪਣੀ ਫਿਗਰ ਦੇ ਅਕੋਰਡਿੰਗਲੀ ਇਨਸੀਡੈਂਟ ਰੇ ਹੋਏਗੀ KL ਰੇ, ਇਟ ਸ਼ੁੱਡ ਬੀ ਪੈਰਲਲ ਟੂ MN ਰੇ। ਇਹਦਾ ਮਤਲਬ KL ਤੇ MN ਆਪਸ ਵਿੱਚ ਕਹਿੰਦਾ ਜੀ ਮੇਰੇ ਕੋਲ ਪੈਰਲਲ। क्या आ कंडीशन क्लियर आ Yes, sir. बेटा? जेड़ा टॉपिक दा ਆਪਾਂ ਇੱਕ ਪਾर्ट ਕੀਤਾ, क्या आ ਸਾਰਿਆਂ ਨੂੰ क्लियर ਹੋਇਆ? Yes, sir. Yes, sir. ਸੈਕੰਡ ਕੰਡੀਸ਼ਨ ਆਪਾਂ ਇਦਾਂ ਬਣਾ ਦਾਂਗੇ ਜਿਹੜੀ ਇਕੁਏਸ਼ਨ 1 ਤੇ ਆਪਣੀ ਇਕੁਏਸ਼ਨ 2 ਆ, ਇਹਨਾਂ ਦੋਨਾਂ ਨੂੰ ਮਲਟੀਪਲਾਈ ਕਰ ਲਓ। ਠੀਕ ਹੈ, ਇਕੁਏਸ਼ਨ 1 ਤੇ ਇਕੁਏਸ਼ਨ 3 ਅਸੀਂ ਇਕੁਏਟ ਕੀਤੀ ਸੀ। ਹੁਣ ਜੇ ਮੈਂ ਇਕੁਏਸ਼ਨ 1 ਤੇ ਇਕੁਏਸ਼ਨ 2 ਮਲਟੀਪਲਾਈ ਕਰਕੇ ਚੱਲਾਂ ਤੇ ਆਪਣਾ ਇੱਕ ਸੈਕੰਡ ਰਿਜ਼ਲਟ ਹੋਰ ਬਣੇਗਾ, ਉਹ ਇੱਥੇ ਕਰ ਰਹੇ ਹਾਂ ਮਲਟੀਪਲਾਈ। ਜੇ ਨੂੰ ਲੈ ਕੇ ਚਲੀਏ ਇਕੁਏਸ਼ਨ 2 ਤੇ ਇਕੁਏਸ਼ਨ 3 ਨੂੰ ਮਲਟੀਪਲਾਈ ਕਰਦੇ, ਇਹਦੇ ਵੇਰੀਏਬਲ ਸੇਮ ਆ, ਮਲਟੀਪਲਾਈ 2 ਐਂਡ 3। ਜੇ 2 और 3 मल्टीप्लाई करो अपने को रिजल्ट आ गया sin r by sin e, ठीक है। और इधर रेसिप्रोकल इधर आ sin e by sin r इक्वल टू आ गया जी g mu a into a mu g। क्या इना क्लियर? Yes, sir. Yes, sir. इक्वेशन 2 और 3 ਨੂੰ ਆਪਸ ਵਿੱਚ ਜੇ ਮਲਟੀਪਲਾਈ ਕਰਾਂ ਰਾਈਟ ਨੂੰ ਰਾਈਟ ਔਰ ਲੈਫਟ ਨੂੰ ਲੈਫਟ ਸਾਈਡ ਦੇ ਨਾਲ, ਤੇ ਮੇਰੇ ਕੋਲ ਆ ਸਾਰੀ ਟਰਮ ਆਪਸ ਵਿੱਚ ਕੈਨਸਲ ਆਊਟ ਕਰਕੇ ਰਿਜ਼ਲਟ ਇਹ ਆ ਜਾਏਗਾ g mu a into a mu g। ਇਹਦੀ ਪ੍ਰੋਡਕਟ ਮੇਰੇ ਕੋਲ 1 ਵਾ। ਤੇ ਬੇਟਾ ਜੇ ਮੈਂ ਦੋਨਾਂ ਵਿੱਚੋਂ ਇੱਕ ਰਿਫਰੈਕਟਿਵ ਇੰਡੈਕਸ ਦੂਜੇ ਪਾਸੇ ਸ਼ਿਫਟ ਕਰ ਲਵਾਂ ਤੇ ਆਪਣੇ ਕੋਲ ਰਿਜ਼ਲਟ ਇਹ ਆ ਜਾਏਗਾ a mu g it is equal to 1 over g mu a। ਇਹਦਾ ਮਤਲਬ ਮੇਰੇ ਕੋਲ ਰਿਜ਼ਲਟ ਇਹ ਹੋਏਗਾ ਕਿ ਗਲਾਸ ਦਾ ਰਿਫਰੈਕਟਿਵ ਇੰਡੈਕਸ ਵਿਦ ਰਿਸਪੈਕਟ ਟੂ 에ਅਰ ਇਟ ਸ਼ੁੱਡ ਬੀ ਰੈਸਿਪਰੋਕਲ ਆਫ ਦਾ ਰਿਫਰੈਕਟਿਵ ਇੰਡੈਕਸ ਆਫ 에ਅਰ ਵਿਦ ਰਿਸਪੈਕਟ ਟੂ ਗਲਾਸ। क्या सेकंड रिजल्ट क्लियर आ? Yes, sir. Yes, sir. Yes, sir. तो ਆਪਾਂ ਦੋ ਪਾਰਟ ਕੰਪਲੀਟ ਕਰਦੇ ਪਏ, ਇਹਦੇ ਤਿੰਨ ਪਾਰਟ ਆ, ਹਜੇ ਲੇਟਰਲ ਡਿਸਪਲੇਸਮੈਂਟ ਕੈਲਕੂਲੇਟ ਕਰਨੀ ਆ। ਉਹਦੇ ਤੋਂ ਪਹਿਲਾਂ ਆਪਣੇ ਦੋ ਪਾਰਟ ਪ੍ਰੂਵ ਵਿੱਚ ਆਉਂਦੇ ਆ ਕਰਨ ਵਾਲੇ ਕਿ ਵੀ ਐਂਗਲ ਆਫ ਇਨਸੀਡੈਂਸ ਤੇ ਐਂਗਲ ਆਫ ਐਮਰਜੈਂਸੀ ਇਕੁਅਲ ਕਰ ਦਿਓ, ਜਾਂ ਉਹਦੀ ਥਾਂ ਤੇ ਕੁਐਸਚਨ ਇਹ ਹੁੰਦਾ ਕਿ ਪ੍ਰੂਵ ਇਹ ਕਰੋ ਕਿ ਇਨਸੀਡੈਂਟ ਰੇ ਤੇ ਐਮਰਜੈਂਟ ਰੇ ਪੈਰਲਲ ਆ। ਦੋਨਾਂ ਦਾ ਮਤਲਬ ਇੱਕੋ ਹੀ ਆ ਕਿ ਜੇ ਇਨਸੀਡੈਂਟ ਤੇ ਐਮਰਜੈਂਟ ਰੇ ਪੈਰਲਲ ਆ ਤੇ ਉਦੋਂ ਐਂਗਲ E ਤੇ ਐਂਗਲ I ਆਪਸ ਵਿੱਚ ਇਕੁਅਲ ਆ। ਇੱਕ ਉਹ ਪਾਰਟ ਪ੍ਰੂਵ ਕਰ ਦਿਓ।
ਸੈਕਿੰਡ ਆਪਾਂ ਨੂੰ ਇਹ ਉਹਦੇ ਚ ਪੁੱਛਿਆ ਜਾਂਦਾ ਵਾ ਕਿ ਵੀ ਪ੍ਰੂਵ ਇਹ ਕਰੋ ਕਿ ਗਲਾਸ ਦਾ ਰਿਫਰੈਕਟਿਵ ਇੰਡੈਕਸ ਵਿਦ ਰਿਸਪੈਕਟ ਟੂ 에ਅਰ ਇਹ ਰੈਸੀਪ੍ਰੋਕਲ ਹੋਏਗਾ ਰਿਫਰੈਕਟਿਵ ਇੰਡੈਕਸ ਆਫ 에ਅਰ ਵਿਦ ਰਿਸਪੈਕਟ ਟੂ ਗਲਾਸ, ਤੇ ਉਹ ਮੇਰੇ ਕੋਲ ਸੈਕਿੰਡ ਪਾਰਟ ਬਣ ਜਾਏਗਾ। क्या इना क्लियर सारिਆਂ ਨੂੰ? Yes, sir. Yes. ਜਾਂ ਕਿਸੇ ਨੂੰ ਇਹਨਾਂ ਦੋਨਾਂ ਪਾਰਟ ਦੇ ਅੰਦਰ ਠੀਕ ਹੈ ਜੀ ਮੈਥਮੈਟੀਕਲ ਪੋਰਸ਼ਨ ਚ ਜਾਂ ਡਾਇਗਰਾਮ ਚ ਠੀਕ ਹੈ क्या कोई डाउट है? ठीक है जी ਇਸੇ ਥਾਂ ਤੇ ਆਪਾਂ ਇਹਨੂੰ ਪੌਜ਼ ਦੇ ਰਹੇ ਹਾਂ। ਕੱਲ ਇਹ ਤੋਂ ਅੱਗੇ ਆਪਾਂ ਇਹਨੂੰ ਕੰਟੀਨਿਊ ਕਰਾਂਗੇ ਐਕਸਪ੍ਰੈਸ਼ਨ ਫॉर ਲੇਟਰਲ ਡਿਸਪਲੇਸਮੈਂਟ ਤੋਂ। ਠੀਕ ਹੈ ਪੁੱਤ? ਓਕੇ ਜੀ Okay, sir.